ਵਾਹਿਗੁਰੂ ਵਾਹਿਗੁਰੂ ਜੀ ਜੀ ਕਾ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਗੁਰੂ ਸੰਗਤ ਜੀਓ, ਪਾਵਨ ਬਾਣੀ ਸ੍ਰੀ ਜਾਪ ਸਾਹਿਬ ਜੀ ਦੀ ਜੋ ਸੰਥਿਆ ਵਿਚਾਰ ਪ੍ਰਾਰੰਭ ਹੋਈ ਹੈ, ਜਿਸ ਦੇ ਅੰਦਰ ਜੋ 86 ਪੌੜੀਆਂ ਤੱਕ ਜੋ ਸੰਥਿਆ ਸੰਪੂਰਨ ਹੋ ਚੁੱਕੀ ਹੈ। ਜਿਸ ਪ੍ਰਕਾਰ ਅੱਗੇ ਮੱਧ ਭਾਰ ਛੰਦ ਦੀ ਪ੍ਰਾਰੰਭਤਾ ਹੋ ਰਹੀ ਹੈ। ਇਹ ਮੱਧ ਭਾਰ ਇੱਕ ਛੰਦ ਦਾ ਨਾਮ ਹੈ। ਸੰਪਰਦਾਇ ਦੇ ਅੰਦਰ ਜਾਂ ਪਿੰਗਲ ਸ਼ਾਸਤਰ ਦੇ ਅਨੁਸਾਰ ਦੱਸਿਆ ਜਾਂਦਾ ਹੈ ਕਿ ਇਸ ਛੰਦ ਦੇ ਅੰਦਰ ਮੱਧ ਭਾਰ, ਇਸ ਨੂੰ ਪੜ੍ਹਨ ਦੀ ਜਿਹੜੀ ਸ਼ੈਲੀ ਹੁੰਦੀ ਹੈ ਕਿ ਜਿਵੇਂ ਮੱਧ ਦਾ ਅਰਥ ਹੁੰਦਾ ਹੈ ਵਿਚਾਲਾ, ਭਾਰ ਦਾ ਅਰਥ ਹੁੰਦਾ ਹੈ ਭਾਰ ਦੇ ਕਰਕੇ। ਇਸ ਛੰਦ ਦੇ ਜਿਹੜੇ ਸ਼ਬਦ ਨੇ, ਅੱਗੇ ਜੋ ਬਾਣੀ ਆ ਰਹੀ ਹੈ, ਉਸ ਦਾ ਜਿਹੜਾ ਪੰਕਤੀ ਦਾ ਵਿਚਾਲੜਾ ਹਿੱਸਾ ਹੈ, ਉਸ ਦੇ ਅੰਦਰ ਜ਼ੋਰ ਦੇ ਕੇ, ਥੋੜ੍ਹਾ ਭਾਰ ਦੇ ਕੇ ਉਸ ਨੂੰ ਪੜ੍ਹਨਾ ਹੈ। ਜਿਵੇਂ ਇਸ ਪ੍ਰਕਾਰ ਇਹ ਛੰਦ ਪੜ੍ਹਿਆ ਜਾਂਦਾ ਹੈ। ਮੱਧ ਭਾਰ ਛੰਦ ਤਵੈ ਪ੍ਰਸਾਦ, ਗੁਣ ਗਨ ਉਦਾਰ, ਮਹਿਮਾ ਅਪਾਰ, ਆਸਨ ਅਭੰਗ। ਯਾਨੀ ਕਿ ਜਿਵੇਂ ਹੁਣ ਗੁਣ ਗਨ, ਗਨ ਇਹਦਾ ਵਿਚਾਲੜਾ ਭਾਰ ਹੈ, ਭਾਗ ਹੈ, ਇਸ ਲਈ ਗਨ ਥੋੜ੍ਹਾ ਜਿਹਾ ਭਾਰ ਦੇ ਕੇ ਬੋਲਣਾ। ਗੁਣ ਗਨ ਉਦਾਰ, ਮਹਿਮਾ ਅਪਾਰ। ਹੁਣ ਜਿਹੜਾ ਮਾਂ ਸ਼ਬਦ ਹੈ, ਇਹ ਪੰਕਤੀ ਦਾ ਵਿਚਾਲੜਾ ਹਿੱਸਾ, ਇਸ ਲਈ ਮੱਧ ਦੇ ਵਿੱਚ ਭਾਰ ਦੇ ਕੇ ਬੋਲਣਾ। ਮਹਿਮਾ ਅਪਾਰ, ਆਸਨ ਅਭੰਗ, ਉਪਮਾ ਅਨੰਗ। ਜਦੋਂ ਚਾਲ ਦੇ ਵਿੱਚ ਪਾਠ ਕਰਨਾ, ਪਰ ਜਦੋਂ ਅਸੀਂ ਸੰਥਿਆ ਕਰਨੀ ਆ ਜਾਂ ਪਕਾਉਣੀ ਆ, ਉਸ ਵੇਲੇ ਪਹਿਲਾਂ ਇਸ ਨੂੰ ਸਿੱਧੇ ਰੂਪ ਦੇ ਵਿੱਚ ਹੀ ਪੜ੍ਹਨਾ। ਫਿਰ ਜਦੋਂ ਇਸ ਨੂੰ ਚਾਲ ਦੇ ਵਿੱਚ ਪੜ੍ਹਨਾ, ਜਿਵੇਂ ਅਖੀਰ ਦੇ ਵਿੱਚ ਦਾਸ ਪੜ੍ਹ ਕੇ ਦੱਸੇਗਾ, ਉਸ ਪ੍ਰਕਾਰ ਇਸ ਦਾ ਫਿਰ ਸੰਥਿਆ ਪਕਾ ਕੇ ਇਸ ਪ੍ਰਕਾਰ ਚਾਲ ਬਣੇਗੀ। ਸੋ ਅੱਗੇ ਜਿਸ ਪ੍ਰਕਾਰ ਸੰਥਿਆ ਆ ਰਹੀ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸ਼ਰਵਣ ਕਰਨਾ ਕਰੋ ਜੀ। ਵਾਹਿਗੁਰੂ ਸਾਹਿਬ ਜੀਓ। ਮੱਧ ਭਾਰ ਛੰਦ ਤਵ ਪ੍ਰਸਾਦ। ਹਾਂਜੀ, ਇਸ ਦਾ ਜਿਹੜਾ ਉਚਾਰਨ ਹੈ, ਇਸ ਨੂੰ ਕੱਸ ਕੇ ਬੋਲਣਾ। ਮੱਧ ਭਾਰ ਇਕੱਠਾ ਪਾਠ ਹੈ। ਮੱਧ ਭਾਰ ਛੰਦ ਤਵੈ ਪ੍ਰਸਾਦ। ਗੁਣ ਗਨ ਉਦਾਰ, ਮਹਿਮਾ ਅਪਾਰ। ਹਾਂਜੀ, ਅਪਾਰ ਐ ਨਹੀਂ ਕਹਿਣਾ। ਗੁਣ ਗਨ ਉਦਾਰ, ਮਹਿਮਾ ਅਪਾਰ। ਯਾਨੀ ਕਿ ਰਾਰੇ ਨੂੰ ਜੇ ਬਹੁਤਾ ਆਪਾਂ ਲਮਕਾਵਾਂਗੇ ਅਤੇ ਫਿਰ ਐੜੇ, ਰਾਰੇ ਤੋਂ ਬਾਅਦ ਐੜੇ ਦੀ ਆਵਾਜ਼ ਆ ਜਾਂਦੀ ਹੈ। ਇਸੇ ਜਿਹੜਾ ਅਖੀਰ ਦੇ ਵਿੱਚ ਮੁਕਤਾ ਅੱਖਰ ਕਿਤੇ ਵੀ ਹੋਵੇ, ਚਾਹੇ ਉਹ ਹੁਕਮਨਾਮਾ ਸਾਹਿਬ ਲੈਂਦਿਆਂ ਵੇਲੇ ਹੋਵੇ, ਚਾਹੇ ਇੱਦਾਂ ਪੜ੍ਹਦਿਆਂ ਵੇਲੇ ਹੋਵੇ, ਉਹਨੂੰ ਬਹੁਤਾ ਲਮਕਾਇਆ ਨਹੀਂ ਜਾਂਦਾ। ਇਸ ਲਈ ਗੁਣ ਗਨ ਉਦਾਰ, ਮਹਿਮਾ ਅਪਾਰ, ਇੰਨਾ ਹੀ। ਗੁਣ ਗਨ ਉਦਾਰ, ਮਹਿਮਾ ਅਪਾਰ, ਆਸਨ ਅਭੰਗ, ਉਪਮਾ ਅਨੰਗ। ਹਾਂਜੀ, ਇਹ ਜਿਹੜੇ ਅਖੀਰ ਦੇ ਵਿੱਚ ਪਾਠ ਨੇ, ਆਸਨ ਅਭੰਗ, ਆਸਨ ਪਾਠ ਕੱਸ ਕੇ ਬੋਲਣਾ, ਅਤੇ ਅਭੰਗ ਇਹ ਵੀ ਗੱਗੇ ਦੇ ਸਹਿਤ ਬੋਲਣਾ, ਜਾਣੀ ਕਿ ਗੱਗਾ ਪੂਰਾ ਬੋਲਿਆ ਜਾਵੇ। ਅਤੇ ਉਸ ਤੋਂ ਪਹਿਲਾਂ ਜਿਹੜਾ ਪਾਠ ਆਇਆ ਹੈ, ਗੁਣ ਗਨ ਉਦਾਰ, ਉਦਾਰ ਨੂੰ ਪੋਲਾ ਬੋਲਣਾ, ਜੇ ਉਧਾਰ ਨਹੀਂ ਕਹਿਣਾ। ਅਤੇ ਉਸ ਤੋਂ ਅੱਗੇ ਹੈ ਮਹਿਮਾ ਅਪਾਰ, ਇਹਨੂੰ ਮਹਿਮਾ ਨਹੀਂ ਕਹਿਣਾ, ਜਾਣੀ ਕਿ ਹਿੰਦੀ ਵਾਲੀ ਛੋਟੀ ਮਾਤਰਾ ਨਹੀਂ ਬੋਲਣੀ, ਪੰਜਾਬੀ ਵਾਲੀ ਸਿਹਾਰੀ ਬੋਲਣੀ। ਮਹਿਮਾ ਅਪਾਰ। ਗੁਣ ਗਨ ਉਦਾਰ, ਮਹਿਮਾ ਅਪਾਰ, ਆਸਨ ਅਭੰਗ, ਉਪਮਾ ਅਨੰਗ। ਅਨਭਉ ਪ੍ਰਕਾਸ਼, ਨਿਸ ਦਿਨ ਅਨਾਸ, ਆ ਜਾਣ ਬਾਹੋ, ਸਾਹਾਨ ਸਾਹੋ। ਹਾਂਜੀ, ਇਸ ਪੰਕਤੀ ਦੇ ਅੰਦਰ ਜਿਹੜਾ ਅਨਭਉ ਪਾਠ ਹੈ, ਇਹ ਊੜੇ ਦੇ ਨਾਲ ਮੁੱਖ ਸ਼ੁੱਧ ਹੈ। ਆਮ ਕਈ ਗੁਟਕਾ ਸਾਹਿਬ ਦੇ ਅੰਦਰ ਅਨਭਵ ਵਾਵੇ ਦੇ ਨਾਲ ਵੀ ਛਾਪਿਆ ਹੁੰਦਾ ਹੈ, ਪਰ ਇਹ ਮੁੱਖ ਰੂਪ ਦੇ ਅੰਦਰ ਐੜਾ ਨੰਨਾ ਭੱਬਾ ਊੜੇ ਨੂੰ ਔਂਕੜ, ਇਸ ਪ੍ਰਕਾਰ ਮੁੱਖ ਸ਼ੁੱਧ ਪਾਠ ਹੈ। ਅੱਗੇ ਹੈ ਪ੍ਰਕਾਸ਼। ਪ੍ਰਕਾਸ਼ ਨੂੰ ਬੋਲਣ ਲੱਗਿਆਂ ਪ੍ਰਕਾਸ਼ ਯਾਨੀ ਕਿ ਸੱਸੇ ਦੇ ਪੈਰ ਵਿੱਚ ਬਿੰਦੀ ਨਹੀਂ ਬੋਲਣੀ। ਜਦੋਂ ਵੀ ਬੜੇ ਪਾਠ ਕਰਨਾ, ਬੜੇ ਧਿਆਨ ਦੇ ਨਾਲ। ਅਨਭਉ ਪ੍ਰਕਾਸ਼। ਅਤੇ ਅੱਗੇ ਹੈ ਨਿਸ ਦਿਨ ਅਨਾਸ, ਆ ਜਾਣ ਬਾਹੁ। ਆ ਜਾਣ ਦੇ ਜਿਹੜੇ ਕੰਨੇ ਨੇ, ਉਹਨਾਂ ਨੂੰ ਧਿਆਨ ਦੇ ਨਾਲ ਬੋਲਣਾ। ਅਤੇ ਅੱਗੇ ਹੈ ਬਾਹੁ, ਬੱਬੇ ਦਾ ਕੰਨਾ ਵਧਾ ਕੇ ਹਾਹੇ ਔਂਕੜ 'ਤੇ ਆਵਾਜ਼ ਛੱਡ ਦੇਣੀ। ਆ ਜਾਣ ਬਾਹੁ, ਸਾਹਾਨ ਸਾਹੁ।
ਅਨਭਉ ਪ੍ਰਕਾਸ਼ ਨਿਸ ਦਿਨ ਅਨਾਸ। ਆ ਜਾਨ ਬਾਹੁ ਸਾਹਾਨ ਸਾਹੁ। ਰਾਜਾਨ ਰਾਜ ਭਾਨਾਨ ਭਾਨ। ਦੇਵਾਨ ਦੇਵ ਉਪਮਾ ਮਹਾਨ। ਇੰਦਰਾਨ ਇੰਦਰ ਬਾਲਾਨ ਬਾਲ। ਇਹ ਜਿਹੜੇ ਪਾਠ ਨੇ ਇੰਦਰਾਨ, ਛੇਤੀ ਪਾਠ ਕੱਸ ਕੇ ਬੋਲਾਂਗੇ ਫਿਰ ਅੱਧੇ ਰਾਰਿਆਂ ਦੀ ਆਵਾਜ਼ ਆਵੇਗੀ। ਇਸ ਲਈ ਇੰਦਰਾਨ ਇੰਦਰ, ਇੰਦਰ ਵੀ ਲਮਕਾ ਕੇ ਨਹੀਂ ਬੋਲਣਾ ਕਿਉਂਕਿ ਅੱਧਾ ਰਾਰਾ ਪੈਰ ਵਿੱਚ ਹੋਣ ਕਰਕੇ ਛੇਤੀ ਪਾਠ ਬੋਲਣਾ। ਇੰਦਰਾਨ ਇੰਦਰ ਬਾਲਾਨ ਬਾਲ। ਇੰਦਰਾਨ ਇੰਦਰ ਬਾਲਾਨ ਬਾਲ। ਰੰਕਾਨ ਰੰਕ ਕਾਲਾਨ ਕਾਲ। ਅਨਭੂਤ ਅੰਗ ਆਬਾ ਅਭੰਗ। ਹਾਂਜੀ, ਇਹ ਇਕੱਠਾ ਹੀ ਪਾਠ ਬੋਲਣਾ। ਅਨਭੂਤ, ਅਨਭੂਤ ਅੰਗ ਆਬਾ, ਆਬਾ ਪਾਠ ਕੱਸ ਕੇ ਬੋਲਣਾ। ਜਿਵੇਂ ਆਬਾ ਮੰਡਲ ਹੁੰਦਾ, ਜਿਹੜੀ ਪਰਮੇਸ਼ਰ ਵਾਹਿਗੁਰੂ ਦੀ ਆਬਾ ਹੈ ਉਹ ਅਭੰਗ ਆ, ਯਾਨੀ ਕਿ ਖੰਡਨ ਤੋਂ ਰਹਿਤ ਹੈ, ਨਾਸ਼ ਤੋਂ ਰਹਿਤ ਹੈ। ਇਸ ਲਈ ਅਨਭੂਤ ਅੰਗ ਆਬਾ ਅਭੰਗ ਗੱਗੇ ਵਿਸ਼ੇਸ਼ ਰੂਪ ਵਿੱਚ ਬੋਲਣੇ। ਅਨਭੂਤ ਅੰਗ ਆਬਾ ਅਭੰਗ। ਗਤ ਮਿਤ ਅਪਾਰ ਗੁਣ ਗਣ ਉਦਾਰ। ਹਾਂਜੀ, ਗਤ ਮਿਤ ਅਪਾਰ, ਇਹ ਨਖੇਰ ਕੇ ਵੱਖਰੇ ਵੱਖਰੇ ਪਾਠ ਬੋਲਣੇ ਔਰ ਪੋਲੇ ਬੋਲਣੇ, ਗਤ ਨਹੀਂ ਕਹਿਣਾ। ਗਤ ਮਿਤ ਅਪਾਰ ਗੁਣ ਗਣ ਉਦਾਰ। ਗਤ ਮਿਤ ਅਪਾਰ ਗੁਣ ਗਣ ਉਦਾਰ। ਮੁਨ ਗਣ ਪ੍ਰਣਾਮ। ਇਹ ਇਕੱਠਾ ਨਾ ਬੋਲੋ, ਮੋਨ ਗਣ ਪ੍ਰਣਾਮ, ਨਖੇਰ ਕੇ ਵੱਖਰੇ ਪਾਠ। ਮੁਨ ਗਣ ਪ੍ਰਣਾਮ ਨਿਰਭੈ ਨਿਕਾਮ। ਅਤ ਦੁੱਤ ਪ੍ਰਚੰਡ ਮਿਤ ਗਤ ਅਖੰਡ। ਇਸ ਪੰਕਤੀ ਦੇ ਅੰਦਰ ਜਿਹੜਾ ਦੁੱਤ ਪਾਠ ਹੈ ਇਸ ਨੂੰ ਕੱਸ ਕੇ ਬੋਲਣਾ। ਅਤ ਦੁੱਤ ਪ੍ਰਚੰਡ ਮਿਤ ਗਤ ਅਖੰਡ। ਅਤ ਦੁੱਤ ਪ੍ਰਚੰਡ ਮਿਤ ਗਤ ਅਖੰਡ। ਆਲਿਸੈ ਕਰਮ ਆਦ੍ਰਿਸੈ ਧਰਮ। ਹਾਂਜੀ, ਇਹ ਜਿਹੜੇ ਅੱਗੇ ਪਾਠ ਆ ਰਹੇ ਨੇ ਇਹਨਾਂ ਨੂੰ ਵਿਸ਼ੇਸ਼ ਰੂਪ ਦੇ ਵਿੱਚ ਸਮਝ ਲੈਣਾ। ਜਿਵੇਂ ਜਿਹੜੇ ਯਈਏ ਨੇ ਇਹਨਾਂ ਦੇ ਪਹਿਲਾਂ ਜਿਹੜੇ ਲਿਖਤੀ ਰੂਪ ਨੇ ਇਹ ਆਦਿ ਬਾਣੀ ਦੇ ਅੰਦਰ ਮੁੱਖ ਰੂਪ ਦੇ ਅੰਦਰ 3 ਤਰੀਕਿਆਂ ਦੇ ਨਾਲ ਆਉਂਦੇ ਨੇ। ਇੱਕ ਤਾਂ ਜਿਵੇਂ ਇੱਥੇ ਤੁਸੀਂ ਇਹ ਪੌਣਾ ਜਈਆ ਦੇਖ ਰਹੇ ਹੋ, ਇੱਕ ਤਾਂ ਇਹ ਸਰੂਪ ਹੈ। ਦੂਸਰਾ ਜਿਹੜਾ ਹੁੰਦਾ ਪੂਰਾ ਜਈਆ। ਤੀਸਰਾ ਹੁੰਦਾ ਜਿਹੜਾ ਜਈਆ ਉੱਪਰਲੇ ਬੰਨੋਂ ਉਡਾਇਆ ਹੁੰਦਾ, ਉੱਪਰ ਯਾਨੀ ਕਿ ਲਕੀਰ ਨਹੀਂ ਹੁੰਦੀ। ਇਹ 3 ਲਿਖਤੀ ਰੂਪ ਇਸ ਪ੍ਰਕਾਰ ਹੁੰਦੇ ਨੇ। ਅਤੇ ਉਸ ਤੋਂ ਬਾਅਦ ਜਈਆਂ ਦਾ ਆਉਂਦਾ ਹੈ ਉਚਾਰਨ ਦਾ ਵਿਸ਼ਾ। ਜਈਏ ਦੇ ਜਿਹੜੇ ਉਚਾਰਨ ਨੇ ਸੰਪਰਦਾਇ ਦੇ ਵਿੱਚ 16-17 ਤਰੀਕਿਆਂ ਦੇ ਨਾਲ ਦੱਸਿਆ ਜਾਂਦਾ ਹੈ ਕਿ ਇਹ ਬੋਲਣ ਦੇ ਇਸ ਦੇ ਤਰੀਕੇ ਨੇ। ਭਾਵ ਕਿਸੇ ਜਗ੍ਹਾ ਕਿਸ ਪ੍ਰਕਾਰ ਜਈਏ ਦਾ ਉਚਾਰਨ ਹੁੰਦਾ ਹੈ, ਕਿਸੇ ਜਗ੍ਹਾ ਕਿਸੇ ਤਰ੍ਹਾਂ। ਜਿਵੇਂ ਆਪਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਪਾਵਨ ਬਾਣੀ ਪੜ੍ਹਦੇ ਹਾਂ ਅਤੇ ਉਦੋਂ ਵੀ ਇਹ ਬਚਨ ਆਉਂਦੇ ਨੇ, ਦੈ ਗੁਸਾਈ ਮੀਤੁਲਾ ਤੂੰ ਸੰਗ ਹਮਾਰੈ ਬਾਸ ਜੀਓ। ਉੱਥੇ ਜਿਹੜਾ ਦੈ ਸ਼ਬਦ ਹੈ ਇੱਥੇ ਦੱਦਾ ਅਤੇ ਯਈਆ ਮੁਕਤਾ, ਇਹ ਦੋਵੇਂ ਮੁਕਤੇ ਹੋਣ ਕਰਕੇ ਉੱਥੇ ਬੋਲਿਆ ਜਾਂਦਾ ਹੈ ਦੈ, ਯਾਨੀ ਕਿ ਦੱਦੇ ਨੂੰ ਦੁਲਾਵਾਂ ਲਾ ਕੇ ਬੋਲਿਆ ਜਾਂਦਾ ਹੈ ਉੱਥੇ, ਯਾਨੀ ਕਿ 10 ਇੱਦਾਂ ਯਈਆ ਨਹੀਂ ਬੋਲਦੇ ਉੱਥੇ। ਇਹ ਸੰਪਰਦਾਇ ਨਿਯਮ ਹੈ ਕਿ ਦੈ ਬੋਲਣਾ ਹੈ। ਜਾਂ ਫਿਰ ਆਪਾਂ ਆਦਿ ਬਾਣੀ ਦੇ ਅੰਦਰ ਜਦੋਂ ਅਸੀਂ 12 ਮਾਹ ਬਾਣੀ ਪੜ੍ਹਦੇ ਹਾਂ ਅਤੇ ਉਸ ਦੇ ਅੰਦਰ ਵੀ ਬਚਨ ਆਉਂਦੇ ਨੇ, ਦਈਓ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨਾ ਕੋਏ। ਉੱਥੇ ਹੈ ਦੱਦਾ ਯਈਏ ਨੂੰ ਔਂਕੜ, ਪਰ ਉੱਥੇ ਪਾਠ ਪੜ੍ਹਿਆ ਜਾਂਦਾ ਹੈ ਯਾਨੀ ਕਿ ਦੱਦਾ ਈੜੀ ਬਿਹਾਰੀ ਊੜੇ ਔਂਕੜ। ਬੋਲਣ ਲੱਗਿਆ ਉਸ ਨੂੰ ਇੱਦਾਂ ਬੋਲਿਆ ਜਾਂਦਾ ਹੈ, ਦਈਓ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨਾ ਕੋਈ। ਜਾਂ ਫਿਰ ਜਦੋਂ ਅਸੀਂ ਚੌਪਈ ਸਾਹਿਬ ਬਾਣੀ ਪੜ੍ਹਦੇ ਹਾਂ ਉਸ ਦੇ ਅੰਦਰ ਵੀ ਇਹ ਬਚਨ ਆਉਂਦੇ ਨੇ। ਜਿਵੇਂ ਤੀਸਰੀ ਜਿਹੜੀ ਪੌੜੀ ਹੈ ਉਸ ਦੇ ਅੰਦਰ ਵੀ ਆਉਂਦੇ ਨੇ ਕਿ ਮੋਰ ਅੱਛਾ ਨਿਜ ਕਰਦੈ ਕਰੀਏ। ਉੱਥੇ ਹੁਣ ਕੱਕਾ ਰਾਰੇ ਨੂੰ ਸਿਹਾਰੀ ਯਈਏ ਨੂੰ ਦੁਲਾਵਾਂ ਨੇ, ਪਰ ਆਪਾਂ ਬੋਲਣ ਲੱਗਿਆਂ ਉੱਥੇ ਬੋਲਦੇ ਹਾਂ ਕੱਕਾ ਰਾਰੇ ਨੂੰ ਬਿਹਾਰੀ ਐੜੇ ਦੁਲਾਵਾਂ। ਅਤੇ ਇਸੇ ਤਰ੍ਹਾਂ ਹੀ ਜਦੋਂ ਅਸੀਂ ਅਖੀਰ ਦੇ ਵਿੱਚ ਸਵੈਈਆ ਸ਼ਬਦ ਪੜ੍ਹਦੇ ਹਾਂ ਉਦੋਂ ਵੀ ਇਹ ਬਚਨ ਆਉਂਦੇ, ਪਾਏ ਗਹੇ ਜਬ ਤੇ ਤੁਮਰੇ। ਇਹ ਜਿਹੜਾ ਸਵਈਆ ਜਦੋਂ ਚੌਪਈ ਸਾਹਿਬ ਦੇ ਅੰਦਰ ਪੜ੍ਹਦੇ ਹਾਂ, ਇਹ ਜਿਹੜਾ
ਸਵੈਈਆ ਲਿਖਣ ਦੀ ਸ਼ੈਲੀ ਹੋਰ ਆ, ਪਰ ਬੋਲਣ ਲੱਗਿਆਂ ਸੱਸਾ ਵਾਵੇ ਨੂੰ ਦੁਲਾਵਾਂ, ਈੜੀ ਬਿਹਾਰੀ ਐੜੇ ਕੰਨਾ, ਇਸ ਤਰ੍ਹਾਂ ਬੋਲਿਆ ਜਾਂਦਾ। ਇਹ ਵੀ ਇੱਕ ਬੋਲਣ ਦਾ ਰੂਪ ਹੈ। ਜਾਂ ਫਿਰ ਚੌਪਈ ਸਾਹਿਬ ਦੇ ਅੰਦਰ ਜਿਹੜੀ 9ਵੀਂ ਪੌੜੀ ਹੈ, ਉਸ ਦੇ ਅੰਦਰ ਇਹ ਬਚਨ ਆਉਂਦੇ ਨੇ, ਜਵਨ ਕਾਲ ਸਭ ਜਗਤ ਬਨਾਇਓ। ਇੱਥੇ ਹੁਣ ਬਨਾਇਓ ਜਿਹੜਾ ਹੈ ਇਹ ਬੱਬਾ ਨੰਨੇ ਨੂੰ ਕੰਨਾ, ਯਈਏ ਨੂੰ ਹੋੜਾ ਛਪਿਆ, ਪਰ ਇਸ ਨੂੰ ਬੋਲਣ ਲੱਗਿਆਂ ਆਪਾਂ ਬੋਲਦੇ ਹਾਂ ਬੱਬਾ ਨੰਨੇ ਕੰਨਾ, ਈੜੀ ਸਿਹਾਰੀ ਊੜੇ ਹੋੜਾ। ਇਹ ਵੀ ਇੱਕ ਰੂਪ ਹੈ। ਇਸ ਪ੍ਰਕਾਰ ਆਦਿ ਬਾਣੀ ਦੇ ਅੰਦਰ, ਦਸਮ ਬਾਣੀ ਦੇ ਅੰਦਰ, ਜਾਂ ਜਿਹੜੇ ਹੋਰ ਧਾਰਮਿਕ ਗ੍ਰੰਥ ਨੇ ਉਹਨਾਂ ਦੇ ਅੰਦਰ ਯਈਆਂ ਦੇ ਜਿਹੜੇ ਉਚਾਰਨ ਨੇ ਇਹ ਵੱਖਰੋ ਵੱਖਰੀ ਜਗ੍ਹਾ 'ਤੇ ਵੱਖ ਵੱਖ ਨੇ। ਇਸ ਲਈ ਇਸ ਜਗ੍ਹਾ 'ਤੇ ਇਸ ਦਾ ਉਚਾਰਨ ਕਰਨਾ ਆ ਲਿਸੈ, ਯਾਨੀ ਕਿ ਐੜੇ ਕੰਨਾ, ਲੱਲੇ ਸਿਹਾਰੀ ਔਰ ਸੱਸੇ ਨੂੰ ਦੁਲਾਵਾਂ, ਯਾਨੀ ਕਿ ਯਈਏ ਦੀਆਂ ਦੁਲਾਵਾਂ ਰੂਪ ਦੇ ਵਿੱਚ ਇੱਥੇ ਯਈਆ ਬੋਲੇਗਾ। ਇਸ ਲਈ ਕੱਸ ਕੇ ਪਾਠ ਬੋਲਣਾ। ਆ ਲਿਸੈ ਕਰਮ, ਆ ਦ੍ਰਿਸੈ ਧਰਮ, ਕੰਨੇ ਲਾ ਕੇ ਬੋਲਣਾ। ਆਲਿਸੈ ਕਰਮ ਆਦ੍ਰਿਸੈ ਧਰਮ, ਸਰਬਾ ਪ੍ਰਨਾਡੈ ਅੰਡੰਡ ਵਾਢੈ। ਇਹ ਵੀ ਜਿਹੜੇ ਕੱਸ ਕੇ ਪਾਠ ਢੱਡੇ ਨੂੰ ਦੁਲਾਵਾਂ ਲਾ ਕੇ ਬੋਲਣਾ। ਸਰਬਾ, ਸਰਬਾ ਬੱਬੇ ਨਾਲ ਬੋਲਣਾ। ਸਰਬਾ ਪ੍ਰਨਾਡੈ, ਜਦੋਂ ਪ੍ਰਨਾਡੈ ਕਹਿਣਾ ਉਦੋਂ ਨਾਣਾ ਵੀ ਧਿਆਨ ਨਾਲ ਬੋਲਣਾ ਅਤੇ ਢੱਡਾ ਖਿੱਚ ਕੇ ਕੱਸ ਕੇ ਬੋਲਣਾ। ਸਰਬਾ ਪ੍ਰਨਾਡੈ ਅਨ ਡੰਡ ਵਾਢੈ। ਸਰਬਾ ਪ੍ਰਨਾਡੈ ਅੰਡੰਡ ਵਾਢੈ, ਚਾਚਰੀ ਛੰਦ ਪ੍ਰਸਾਦ। ਇਸ ਦੇ ਅੰਦਰ ਅੱਗੇ ਚਾਚਰੀ ਛੰਦ ਪ੍ਰਾਰੰਭ ਹੋ ਰਿਹਾ ਹੈ। ਇਹ ਜਿਹੜਾ ਜਿਵੇਂ ਹਿੰਦੂ ਮੱਤ ਦੇ ਅੰਦਰ ਗਾਇਤਰੀ ਮੰਤਰ ਪੜ੍ਹਿਆ ਜਾਂਦਾ ਹੈ, ਉਸ ਪ੍ਰਕਾਰ ਹੀ ਗੁਰਮਤਿ ਦੇ ਅੰਦਰ ਇਹ ਜਿਹੜਾ ਚਾਚਰੀ ਛੰਦ ਹੈ, ਜਿਹੜਾ ਜਾਣੀ ਕਿ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ, ਇੱਥੋਂ ਤੱਕ ਇਸ ਨੂੰ ਗਾਇਤਰੀ ਮੰਤਰ ਆਖਿਆ ਜਾਂਦਾ ਹੈ। ਭਾਵ ਇਸ ਦੀ ਗਾਇਤਰੀ ਮੰਤਰ ਸੰਗਿਆ ਦਿੱਤੀ ਜਾਂਦੀ ਹੈ। ਸੋ ਉਸ ਦੀ ਪ੍ਰਾਰੰਭਤਾ ਹੋ ਰਹੀ ਹੈ ਚਾਚਰੀ ਸ਼ਬਦ ਕੱਸ ਕੇ ਬੋਲਣਾ। ਇਤਵੈ ਪ੍ਰਸਾਦ। ਚਾਚਰੀ ਛੰਦ ਪ੍ਰਸਾਦ, ਗੋਬਿੰਦੇ ਮੁਕੰਦੇ ਉਦਾਰੇ ਅਪਾਰੇ। ਹਾਂਜੀ, ਇੱਥੇ ਜਿਹੜਾ ਪਹਿਲਾ ਗੋਬਿੰਦੇ ਪਾਠ ਹੈ, ਇਸ ਦਾ ਜਿਹੜਾ ਲਿਖਤੀ ਰੂਪ ਜਿਵੇਂ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ, ਗੱਗੇ ਨੂੰ ਹੋੜਾ ਔਰ ਪੈਰ ਦੇ ਵਿੱਚ ਔਂਕੜ ਵੀ ਹੈ। ਇਸ ਲਈ ਆਮ ਗੁਟਕਾ ਸਾਹਿਬ ਦੇ ਅੰਦਰ ਜਾਂ ਤਾਂ ਇਕੱਲਾ ਗੱਗਾ ਛਾਪਿਆ ਹੁੰਦਾ ਹੈ ਜਾਂ ਫਿਰ ਔਂਕੜ, ਪਰ ਇੱਥੇ ਦੋਵੇਂ ਰੂਪ ਸ਼ੁੱਧ ਨੇ। ਇਸ ਲਈ ਇਸ ਨੂੰ ਨਾ ਤਾਂ ਗੋਬਿੰਦੇ ਕਹਿਣਾ ਨਾ ਗੋਬਿੰਦੇ, ਦੋਵਾਂ ਦੀ ਹੋੜੇ ਦੀ ਅਤੇ ਔਂਕੜ ਦੀ ਦਰਮਿਆਨੀ ਆਵਾਜ਼ ਬੋਲਣੀ ਗੋਬਿੰਦੇ। ਜਿਵੇਂ ਇਹ ਜਿਹੜੇ ਪਾਠ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਆਉਂਦੇ ਨੇ, ਉੱਥੇ ਇਹਨਾਂ ਦਾ ਰੂਪ ਜਿਵੇਂ ਆਪਾਂ ਸੋਹਲਾ ਸਾਹਿਬ ਬਾਣੀ ਦੇ ਅੰਦਰ ਇਹ ਬਚਨ ਪੜ੍ਹਦੇ ਹਾਂ ਕਿ ਸਹਿਸ ਤਵ ਨੈਨ ਨਨ ਨੈਨ ਹੈ ਤੋਹਿ ਕਉ, ਸਹਿਸ ਮੂਰਤ ਨਨਾ ਏਕ ਤੋਹੀ। ਉੱਥੇ ਜਿਹੜਾ ਤੋਹੀ ਸ਼ਬਦ ਹੈ, ਉੱਥੇ ਤੱਤੇ ਨੂੰ ਹੋੜਾ ਵੀ ਛਪਿਆ ਹੋਇਆ ਅਤੇ ਔਂਕੜ ਵੀ। ਉਸੇ ਪ੍ਰਕਾਰ ਹੀ ਇੱਥੇ ਇੱਕ ਆਦਿ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਦੀ 6 ਨੁੱਕਰਾਂ ਵਾਲੀ ਬੀੜ ਹੈ, ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੁਸ਼ੋਭਿਤ ਹੈ। ਉਹਦੇ ਵਿੱਚ ਵੀ ਇਹ ਜਿਹੜਾ ਪਾਠ ਗੱਗੇ ਨੂੰ ਹੋੜਾ ਔਰ ਗੱਗੇ ਨੂੰ ਔਂਕੜ ਦੇ ਨਾਲ ਛਪਿਆ ਆਉਂਦਾ। ਇਸੇ ਪ੍ਰਕਾਰ ਹੀ ਇਸ ਨੂੰ ਮੁੱਖ ਸ਼ੁੱਧ ਰੂਪ ਇਸ ਦਾ ਸਮਝਣਾ, ਅਤੇ ਜਦੋਂ ਇਸ ਦਾ ਉਚਾਰਨ ਕਰਨਾ ਨਾ ਗੋਬਿੰਦੇ ਕਹਿਣਾ ਅਤੇ ਨਾ ਹੀ ਗੋਬਿੰਦੇ, ਦੋਵਾਂ ਦੀ ਦਰਮਿਆਨੀ ਦੁੱਤ ਆਵਾਜ਼ ਮਿਲਵੀਂ ਆਵਾਜ਼ ਬੋਲਣੀ। ਗੋਬਿੰਦੇ ਮੁਕੰਦੇ ਉਦਾਰੇ ਅਪਾਰੇ। ਗੋਬਿੰਦੇ ਮੁਕੰਦੇ ਉਦਾਰੇ ਅਪਾਰੇ, ਹਰੀਅੰ ਕਰੀਅੰ ਨਿਰਨਾਮੇ ਅਕਾਮੇ। ਹਾਂਜੀ, ਇਸ ਦੇ ਅੰਦਰ ਵੀ ਜਿਹੜਾ ਹਰੀਅੰ, ਇਹ ਐੜੇ ਨੂੰ ਟਿੱਪੀਆਂ ਛਪੀਆਂ ਹੋਈਆਂ ਨੇ, ਇਹ ਧਿਆਨ ਦੇ ਨਾਲ ਟਿੱਪੀਆਂ ਦੀ ਆਵਾਜ਼ ਬੋਲਣੀ। ਹਰੀਅੰ ਕਰੀਅੰ, ਅੱਗੇ ਹੈ ਨਿਰਨਾਮੇ, ਅੱਧਾ ਰਾਰਾ ਧਿਆਨ ਦੇ ਨਾਲ ਬੋਲਣਾ, ਕੱਸ ਕੇ ਪਾਠ ਬੋਲਣੇ। ਹਰੀਅੰ ਕਰੀਅੰ ਨਿਰਨਾਮੇ ਅਕਾਮੇ। ਹਾਂਜੀ, ਹਰੀਅੰ ਕਰੀਅੰ ਨਿਰਨਾਮੇ ਅਕਾਮੇ, ਭੁਜੰਗ ਪ੍ਰਿਆਤ ਛੰਦ। ਹਾਂਜੀ, ਇਸ ਦਾ ਉਚਾਰਨ ਉਸੇ ਪ੍ਰਕਾਰ ਹੀ ਭੁਜੰਗ ਪ੍ਰਿਆਤ, ਪੱਪੇ ਪੈਰ ਚ ਰਾਧਾ, ਈੜੀ ਸਿਹਾਰੀ ਐੜੇ ਕੰਨਾ ਤੱਤਾ, ਪ੍ਰਿਆਤ ਛੰਦ। ਭੁਜੰਗ ਪ੍ਰਿਆਤ ਛੰਦ,
ਚਤਰ ਚੱਕਰ ਕਰਤਾ, ਚਤਰ ਚੱਕਰ ਹਰਤਾ। ਹਾਂਜੀ, ਇਹ ਜਿਹੜੇ ਵਾਰ-ਵਾਰ ਇਹ ਪਾਠ ਆਉਣਾ ਹੈ ਅੱਗੇ ਵੀ, ਇਸ ਨੂੰ ਕੱਸ ਕੇ ਬੋਲਣਾ, ਤਾਂ ਹੀ ਜਿਹੜਾ ਅੱਧਾ ਰਾਰਾ ਸ਼ੁੱਧ ਰੂਪ ਦੇ ਵਿੱਚ ਬੋਲਿਆ ਜਾਵੇਗਾ ਔਰ ਵਿਸ਼ੇਸ਼ ਰੂਪ ਵਿੱਚ ਅੱਧਕ ਵੀ ਲੱਗਿਆ ਹੋਇਆ ਹੈ। ਇਸ ਲਈ ਚਤਰ ਚੱਕਰ ਕਰਤਾ, ਜਿਹੜਾ ਪੈਰ ਦੇ ਵਿੱਚ ਔਂਕੜ ਹੈ, ਇਹ ਵੀ ਸੂਖਮ ਰੂਪ ਦੇ ਵਿੱਚ ਇੱਥੇ ਬੋਲਣ ਦੇ ਵਿੱਚ ਆਵੇਗਾ। ਇਸ ਲਈ ਚਤਰ ਚੱਕਰ ਕਰਤਾ, ਚਤਰ ਚੱਕਰ ਹਰਤਾ, ਇਸ ਤਰ੍ਹਾਂ ਇਹ ਪਾਠ ਬੋਲਣੇ। ਚਤਰ ਚੱਕਰ ਕਰਤਾ, ਚਤਰ ਚੱਕਰ ਹਰਤਾ, ਚਤਰ ਚੱਕਰ ਦਾਨੇ, ਚਤਰ ਚੱਕਰ ਜਾਣੇ, ਚਤਰ ਚੱਕਰ ਵਰਤੀ, ਚਤਰ ਚੱਕਰ ਭਰਤੀ, ਚਤਰ ਚੱਕਰ ਪਾਲੇ, ਚਤਰ ਚੱਕਰ ਕਾਲੇ। ਹਾਂਜੀ, ਇਹ ਵੀ ਪਾਠ ਕੱਸ ਕੇ ਬੋਲਣੇ। ਚਤਰ ਚੱਕਰ ਪਾਲੇ, ਔਂਕੜ ਦਾ ਥੋੜ੍ਹਾ ਇਸ਼ਾਰਾ ਦਿਓ ਬੋਲਣ ਲੱਗਿਆ। ਚਤਰ ਚੱਕਰ ਪਾਲੇ, ਚਤਰ ਚੱਕਰ ਕਾਲੇ। ਚਤਰ ਚੱਕਰ ਪਾਲੇ, ਚਤਰ ਚੱਕਰ ਕਾਲੇ, ਚਤਰ ਚੱਕਰ ਪਾਸੇ, ਚਤਰ ਚੱਕਰ ਬਾਸੇ, ਚਤਰ ਚੱਕਰ ਮਾਨਿਆ, ਚਤਰ ਚੱਕਰ ਦਾਨਿਆ। ਹਾਂਜੀ, ਇਸ ਦਾ ਜਿਹੜਾ ਉਚਾਰਨ ਹੈ ਇਹ ਵੀ ਕੱਸ ਕੇ ਬੋਲਣੇ। ਚਤਰ ਚੱਕਰ ਪਾਸੇ, ਚਤਰ ਚੱਕਰ ਵਾਸੇ, ਵਾਸੇ ਦਾ ਵਾਹਵਾ ਧਿਆਨ ਦੇ ਨਾਲ ਬੋਲਣਾ। ਤੇ ਅੱਗੇ ਜਿਹੜੇ ਪਾਠ ਨੇ, ਚਤਰ ਚੱਕਰ ਮਾਨਿਆ, ਇਸ ਨੂੰ ਲਿਖਣ ਦੀ ਸ਼ੈਲੀ ਇਸੇ ਪ੍ਰਕਾਰ ਹੀ ਹੈ। ਇਸ ਦਾ ਜਿਹੜਾ ਉਚਾਰਨ ਹੈ ਉਹ ਬੋਲਣ ਲੱਗਿਆਂ ਇਸ ਪ੍ਰਕਾਰ ਹੋਵੇਗਾ: ਮੰਮੇ ਕੰਨਾ ਨੰਨਾ ਈੜੀ ਸਿਹਾਰੀ ਐੜੇ ਨੂੰ ਦੁਲਾਵਾਂ। ਯਾਨੀ ਕਿ ਨੰਨੇ ਨੂੰ ਸਿਹਾਰੀ ਲਾ ਕੇ ਨਹੀਂ ਬੋਲਣਾ। ਮੰਮੇ ਕੰਨਾ ਨੰਨਾ ਈੜੀ ਸਿਹਾਰੀ ਐੜੇ ਨੂੰ ਦੁਲਾਵਾਂ, ਮਾਨੇ ਐ। ਉਸੇ ਪ੍ਰਕਾਰ ਹੀ ਅੱਗੇ ਚਤਰ ਚੱਕਰ ਦਾਨੇ ਐ, ਇਸ ਤਰ੍ਹਾਂ ਬੋਲਣੇ। ਚਤਰ ਚੱਕਰ ਪਾਸੇ, ਚਤਰ ਚੱਕਰ ਵਾਸੇ, ਚਤਰ ਚੱਕਰ ਮਾਨਿਆ, ਚਤਰ ਚੱਕਰ ਦਾਨਿਆ। ਚਾਚਰੀ ਛੰਦ ਨਾ ਸਤਰੈ, ਨਾ ਮਿੱਤਰੈ, ਨਾ ਭਰਮੰ, ਨਾ ਪਿਤਰੈ। ਹਾਂਜੀ, ਇਸ ਛੰਦ ਦੇ ਅੰਦਰ ਇੱਕ ਵਿਸ਼ੇਸ਼ ਧਿਆਨ ਰੱਖਣਾ ਕਿ ਜਿਹੜੇ ਨੰਨੇ ਨੇ ਉਹ ਮੁਕਤੇ ਹਨ, ਅਤੇ ਉਹਨਾਂ ਦਾ ਜਿਹੜਾ ਉਚਾਰਨ ਹੈ ਉਹ ਵੀ ਮੁਕਤੇ ਰੂਪ ਵਿੱਚ ਕਰਨਾ। ਨਾ ਸਤਰੈ ਇੱਦਾਂ ਨਾ ਬੋਲਤਾ ਜਾਵੇ। ਨਾ ਸਤਰੈ, ਨਾ ਮਿੱਤਰੈ, ਨਾ ਭਰਮੰ, ਨਾ ਪਿਤਰੈ। ਨਾ ਸਤਰੈ, ਨਾ ਮਿੱਤਰੈ, ਨਾ ਭਰਮੰ, ਨਾ ਪਿਤਰੈ, ਨਾ ਕਰਮੰ, ਨਾ ਕਾਏ, ਅਜਨਮੰ, ਅਜਾਏ। ਹਾਂਜੀ, ਅਜਨਮੰ ਜਿਹੜਾ ਐੜੇ ਤੋਂ ਡੈਸ਼ ਲਾ ਕੇ ਬੋਲਣਾ। ਅਜਨਮੰ, ਅਜਾਏ। ਅਜਨਮੰ, ਅਜਾਏ। ਨਾ ਚਿੱਤਰੈ, ਨਾ ਮਿੱਤਰੈ, ਪਰੇ ਹੈ ਪਵਿੱਤਰੈ। ਹਾਂਜੀ, ਇਸ ਦੇ ਅੰਦਰ ਵੀ ਨੇ ਮੁਕਤੇ ਬੋਲਣੇ। ਨਾ ਚਿੱਤਰੈ, ਤੇ ਚਿੱਤਰੈ ਨੂੰ ਦੁਲਾਵਾਂ ਵਿਸ਼ੇਸ਼ ਰੂਪ ਵਿੱਚ ਬੋਲਣੀਆਂ। ਨਾ ਚਿੱਤਰੈ, ਨਾ ਮਿੱਤਰੈ। ਅੱਗੇ ਪਾਠ ਹੈ ਪਰੇ ਹੈ। ਹੈ ਤੇ ਕਈ ਵਾਰ ਆਮ ਗੁਟਕਾ ਸਾਹਿਬ ਦੇ ਅੰਦਰ ਬਿੰਦੀ ਨਹੀਂ ਛਪੀ ਹੁੰਦੀ, ਪਰ ਇੱਥੇ ਹਾਹੇ ਨੂੰ ਦੁਲਾਵਾਂ ਨਾਲ ਬਿੰਦੀ ਦੇ ਨਾਲ ਪਾਠ ਸ਼ੁੱਧ ਹੈ। ਇਸ ਲਈ ਪਰੇ ਹੈ ਬਿੰਦੀ ਲਾ ਕੇ ਬੋਲਣਾ। ਨਾ ਚਿੱਤਰੈ, ਨਾ ਮਿੱਤਰੈ, ਪਰੇ ਹੈ ਪਵਿੱਤਰੈ। ਪ੍ਰਥੀਸੈ, ਅਦੀਸੈ, ਅਦ੍ਰਿਸੈ, ਅਕ੍ਰਿਸੈ। ਇਸ ਪੰਕਤੀ ਦਾ ਪਾਠ ਵੀ ਧਿਆਨ ਦੇ ਨਾਲ ਕਰਨਾ, ਕਿਉਂਕਿ ਇੱਕ ਹੈ ਪ੍ਰਥੀਸੈ, ਇੱਥੇ ਥੱਥੇ ਨੂੰ ਬਿਹਾਰੀ ਹੈ, ਤੇ ਪ੍ਰਥੀਸੈ ਬੋਲਣਾ ਯਾਨੀ ਕਿ ਬਿਹਾਰੀ ਲਾ ਕੇ। ਉਸ ਤੋਂ ਬਾਅਦ ਹੈ ਅਦੀਸੈ, ਇਸ ਨੂੰ ਵੀ ਬਿਹਾਰੀ ਦੇ ਨਾਲ ਬੋਲਣਾ। ਅੱਗੇ ਦੋ ਪਾਠ ਨੇ ਸਿਹਾਰੀ ਦੇ ਨਾਲ, ਉਸ ਨੂੰ ਅਦ੍ਰਿਸੈ ਯਾਨੀ ਕਿ ਉੱਥੇ ਵੀ ਅਦ੍ਰਿਸੈ ਨਾ ਬਣ ਜਾਵੇ। ਪਹਿਲਾਂ ਬੋਲਣਾ ਪ੍ਰਥੀਸੈ ਅਦੀਸੈ, ਫਿਰ ਕਹਿਣਾ ਅਦ੍ਰਿਸੈ ਅਕ੍ਰਿਸੈ, ਯਾਨੀ ਕਿ ਐੜੇ ਤੋਂ ਡੈਸ਼ ਲਾ ਕੇ ਅਦ੍ਰਿਸੈ, ਯਾਨੀ ਕਿ ਦਿਸਣ ਤੋਂ ਰਹਿਤ ਹੈ ਪਰਮੇਸ਼ਰ ਵਾਹਿਗੁਰੂ, ਅਦ੍ਰਿਸੈ ਅਕ੍ਰਿਸੈ। ਇਸ ਤਰ੍ਹਾਂ ਇਹਨਾਂ ਦਾ ਪਾਠ ਜਿਹੜਾ ਕੱਸ ਕੇ ਪਾਠ ਔਰ ਤੋੜ ਕੇ ਐੜੇ ਤੋਂ ਬੋਲਣੇ। ਸੋ ਇੱਕ ਵਾਰ ਜਿਹੜਾ ਇਸ ਦਾ ਮੂਲ ਪਾਠ ਕਰਕੇ ਉਸ ਤੋਂ ਬਾਅਦ ਸਮਾਪਤੀ ਕਰ ਦਿੱਤੀ ਜਾਵੇਗੀ। ਵਾਹਿਗੁਰੂ ਸਾਹਿਬ ਜੀ। ਮੱਧ ਭਾਰ ਛੰਦ ਤਵੈ ਪ੍ਰਸਾਦ, ਗੁਣ ਗਨ ਉਦਾਰ ਮਹਿਮਾ ਅਪਾਰ। ਆਸਨ ਅਭੰਗ ਉਪਮਾ ਅਨੰਗ,
ਅਨਭਉ ਪ੍ਰਕਾਸ਼ ਨਿਸ ਦਿਨ ਅਨਾਸ, ਆ ਜਾਨ ਬਾਹੋ ਸਾਹਾਨ ਸਾਹੋ। ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਇੰਦਰਾਨ ਇੰਦਰ ਬਾਲਾਨ ਬਾਲ, ਰੰਕਾਨ ਰੰਕ ਕਾਲਾਨ ਕਾਲ। ਅਨਭੂਤ ਅੰਗ ਆਬਾ ਅਭੰਗ, ਗਤ ਮਿਤ ਅਪਾਰ ਗੁਣ ਗਨ ਉਦਾਰ। ਮੁਨ ਗਨ ਪ੍ਰਣਾਮ ਨਿਰਭੈ ਨਿਕਾਮ, ਅਤ ਦੁਤ ਪ੍ਰਚੰਡ ਮਿਤ ਗਤ ਅਖੰਡ। ਆਲਿਸੈ ਕਰਮ ਆਦ੍ਰਿਸੈ ਧਰਮ, ਸਰਬ ਪ੍ਰਨਾਡੈ ਅਨ ਡੰਡ ਵੱਢੈ। ਚਾਚਰੀ ਛੰਦ ਤਵੈ ਪ੍ਰਸਾਦ, ਗੋਬਿੰਦੇ ਮੁਕੰਦੇ ਉਦਾਰੇ ਅਪਾਰੇ। ਹਰਿਯੰ ਕਰਿਯੰ ਨਿਰਨਾਮੇ ਅਕਾਮੇ, ਭੁਜੰਗ ਪ੍ਰਿਆਤ ਛੰਦ। ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ, ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ। ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ, ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ। ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ, ਚਤੁਰ ਚੱਕਰ ਮਾਨਿਐ ਚਤੁਰ ਚੱਕਰ ਦਾਨਿਐ। ਚਾਚਰੀ ਛੰਦ ਨਾ ਸਤਰੈ ਨਾ ਮਿਤਰੈ ਨਾ ਭਰਮੰ ਨਾ ਪਿਤਰੈ ਨਾ ਕਰਮੰ ਨਾ ਕਾਏ। ਅਜਨਮੰ ਅਜਾਏ ਨਾ ਚਿਤਰੈ ਨਾ ਮਿਤਰੈ, ਪਰੇ ਹੈ ਪਵਿੱਤਰੈ। ਪ੍ਰਥੀਸੈ ਅਦੀਸੈ ਅਦ੍ਰਿਸੈ ਅਕ੍ਰਿਸੈ, ਨਾ ਚਿਤਰੈ ਨਾ ਮਿਤਰੈ, ਪਰੇ ਹੈ ਪਵਿੱਤਰੈ। ਪ੍ਰਥੀਸੈ ਅਦੀਸੈ ਅਦ੍ਰਿਸੈ ਅਕ੍ਰਿਸੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।